ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਾਰਿੰਗ ਇਕ ਓੰਕਾਰ ਸਤਿਗੁਰ ਪ੍ਰਸਾਦ। ਤੈ ਨਰ ਕਿਆ ਪੁਰਾਨ ਸੁਨ ਕੀਨਾ, ਅਨ ਪਾਵਨੀ ਭਗਤ ਨਹੀਂ ਉਪਜੀ, ਭੂਖੇ ਦਾਨ ਨ ਦੀਨਾ। ਰਹਾਉ ਤੈ ਨਰ ਕਿਆ ਪੁਰਾਨ ਸੁਨ ਕੀਨਾ, ਅਨ ਪਾਵਨੀ ਭਗਤ ਨਹੀਂ ਉਪਜੀ, ਭੂਖੇ ਦਾਨ ਨ ਦੀਨਾ। ਰਹਾਉ ਕਾਮ ਨ ਬਿਸਰਿਓ, ਕ੍ਰੋਧ ਨ ਬਿਸਰਿਓ, ਲੋਭ ਨ ਛੁਟਿਓ ਦੇਵਾ। ਪਰ ਨਿੰਦਾ ਮੁਖਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਬਾਟ ਪਾਰ ਕਰ ਮੂਸ ਬਿਰਾਨੋ, ਪੇਟ ਭਰੈ ਅਪਰਾਧੀ। ਜੈ ਪਰਲੋਕ ਜਾਏ ਅਪਕੀਰਤ, ਸੋਈ ਅਬਿਦਿਆ ਸਾਦੀ। ਹਿੰਸਾ ਤੋ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ। ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਹਿੰਸਾ ਤੋ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ। ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਇੱਕ ਬਾਣੀ ਚੈਨਲ ਦੇ ਮਾਧਿਅਮ ਰਾਹੀਂ ਘਰਾਂ ਵਿੱਚ ਬੈਠ ਕੇ ਆਪ ਜੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਇਹ ਜੋ ਸ਼ਬਦ ਆਪ ਜੀ ਨੇ ਅੱਜ ਸਰਵਣ ਕੀਤਾ ਹੈ, ਇਹ ਭਗਤ ਪਰਮਾਨੰਦ ਜੀ ਦਾ ਸਾਰਿੰਗ ਰਾਗ ਅੰਦਰ ਉਚਾਰਨ ਕੀਤਾ ਹੋਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 1253 ਤੇ ਸ਼ਿਸ਼ੋਭਤ ਹੈ। ਜਿਵੇਂ ਕਿ ਆਪ ਜਾਣੂ ਹੋ ਕਿ ਗੁਰਬਾਣੀ ਦੇ ਵਿੱਚ ਜੋ ਰਹਾਉ ਦੀਆਂ ਪੰਕਤੀਆਂ ਹੁੰਦੀਆਂ ਨੇ ਸ਼ਬਦ ਦੀਆਂ, ਉਹਨਾਂ ਵਿੱਚ ਸ਼ਬਦ ਦਾ ਸਮੁੱਚਾ ਭਾਵ ਹੋਇਆ ਕਰਦਾ ਹੈ, ਕੇਂਦਰੀ ਭਾਵ ਹੋਇਆ ਕਰਦਾ ਹੈ, ਸ਼ਬਦ ਦਾ ਨਿਚੋੜ ਹੋਇਆ ਕਰਦਾ ਹੈ। ਤੋ ਇਹ ਜੋ ਸ਼ਬਦ ਹੈ, ਇਸ ਦੀ ਸ਼ੁਰੂਆਤ ਤੋਂ ਪਹਿਲਾਂ ਭਗਤ ਜੀ ਨੇ, ਪਰਮਾਨੰਦ ਜੀ ਨੇ ਉਸ ਅਕਾਲ ਪੁਰਖ ਦਾ ਧਿਆਨ ਧਰਦਿਆਂ ਹੋਇਆਂ ਸੰਖੇਪ ਰੂਪ ਵਿੱਚ ਮੂਲ ਮੰਤਰ ਦਾ ਉਚਾਰਨ ਕੀਤਾ ਹੋਇਆ ਹੈ। ਇੱਕ ਓੰਕਾਰ ਭਾਵ ਅਕਾਲ ਪੁਰਖ ਇੱਕ ਹੈ ਤੇ ਉਸ ਜਿਹਾ ਹੋਰ ਕੋਈ ਨਹੀਂ। ਸਤ ਗੁਰ ਪ੍ਰਸਾਦ, ਤੇ ਉਹ ਅਕਾਲ ਪੁਰਖ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਭਾਵ ਇਹ ਹੈ ਕਿ ਅਕਾਲ ਪੁਰਖ ਨੂੰ ਮਿਲਣ ਲਈ ਸੱਚੇ ਗੁਰੂ ਦੇ ਉਪਦੇਸ਼ਾਂ ਅਨੁਸਾਰ ਜੀਵਨ ਨੂੰ ਢਾਲਣਾ ਜ਼ਰੂਰੀ ਹੈ। ਤੋ ਅੱਗੇ ਜੋ ਰਹਾਉ ਦੀਆਂ ਪੰਕਤੀਆਂ ਹਨ, ਇਹ ਪਹਿਲੀਆਂ ਪੰਕਤੀਆਂ ਹੀ ਰਹਾਉ ਦੀਆਂ ਹਨ। ਇਸ ਵਿੱਚ ਇੱਕ ਪ੍ਰਸ਼ਨ ਪੁੱਛਿਆ ਗਿਆ ਹੈ ਸੰਸਾਰ ਦੇ ਮਨੁੱਖ ਨੂੰ, ਤੈ ਨਰ ਕਿਆ ਪੁਰਾਨ ਸੁਨ ਕੀਨਾ। ਐ ਭਾਈ, ਐ ਮਨੁੱਖ, ਤੂੰ ਧਾਰਮਿਕ ਪੁਸਤਕਾਂ ਦਾ ਪਾਠ ਕਰ ਕਰਕੇ, ਸ਼ਰਵਣ ਕਰ ਕਰਕੇ ਕੀ ਖਟਿਆ। ਅਨ ਪਾਵਨੀ ਭਗਤ ਨਹੀਂ ਉਪਜੀ। ਅਨ ਪਾਵਨੀ ਦੇ ਅਰਥ ਨਾ ਨਾਸ਼ ਹੋਣ ਵਾਲੀ, ਸਦਾ ਥਿਰ ਰਹਿਣ ਵਾਲੀ ਭਗਤੀ ਦੀ ਸਿੱਖ ਤੜਪ ਤੇਰੇ ਅੰਦਰ ਪੈਦਾ ਨਹੀਂ ਹੋਈ। ਭੂਖੇ ਦਾਨ ਨਾ ਦੇਣਾ, ਤੇ ਫਿਰ ਤੂੰ ਕਿਸੇ ਭੁੱਖੇ ਨੂੰ ਦਾਨ ਨਹੀਂ ਦਿੱਤਾ, ਰੋਟੀ ਨਹੀਂ ਖਿਲਾਈ, ਉਸ ਦੀਆਂ ਲੋੜਾਂ ਪੂਰੀਆਂ ਨਹੀਂ ਕੀਤੀਆਂ। ਕਿਉਂਕਿ ਸੰਸਾਰ ਦੇ ਵਿੱਚ ਜੋ ਵੀ ਮਨੁੱਖ ਆਇਆ ਹੈ, ਉਸ ਦਾ ਇਹ ਧਾਰਮਿਕ ਕਰਤੱਵ ਹੈ ਕਿ ਉਹ ਆਪਣੇ ਨਾਲ ਦੇ ਗਰੀਬ ਗੁਰਬੇ ਲੋੜਵੰਦ ਦੀ ਮਦਦ ਕਰੇ। ਉਰਦੂ ਦਾ ਇੱਕ ਸ਼ਾਇਰ ਹੈ, ਉਸਨੇ ਇੱਕ ਸ਼ੇਰ ਲਿਖਿਆ, ਉਸ ਦੇ ਵੀ ਬੜੇ ਭਾਵਪੂਰਨ ਅਰਥ ਹਨ ਕਿ ਦਰਦੇ ਦਿਲ ਕੇ ਵਾਸਤੇ ਪੈਦਾ किया इंसान को, वरना अतायत के लिए कुछ कम नहीं थे करो बिया। अर्थ ਹਨ ਕਿ ਮਨੁੱਖ ਦਾ ਦਰਦ ਵੰਡਾਵੇ, ਇਸੇ ਲਈ ਤਾਂ ਮਨੁੱਖ ਨੂੰ ਸੰਸਾਰ ਵਿੱਚ ਪੈਦਾ ਕੀਤਾ ਗਿਆ ਹੈ। ਤੇ ਅਕਾਲ ਪੁਰਖ ਨੂੰ ਜੇ ਅਗਰ ਇਹ ਗੱਲ ਭਾਉਂਦੀ
ਤਾਂ ਉਸ ਲਈ ਉਸ ਦੀ ਸਿਰਸਲਾ ਕਰਨ ਲਈ ਦੇਵਤੇ ਕੋਈ ਘੱਟ ਤਾਂ ਨਹੀਂ ਸਨ। ਇਸ ਲਈ ਮਨੁੱਖ ਦਾ ਇਹ ਫਰਜ਼ ਹੈ ਕਿ ਸੰਸਾਰ ਦੇ ਵੀ ਵਿਚਰਦਿਆਂ ਇਹ ਚੰਗੇ ਗੁਣ ਧਾਰਨ ਕਰਦਿਆਂ ਹੋਇਆਂ ਦਇਆ, ਧਰਮ, ਸੀਲ, ਸੰਜਮ ਆਦਿ ਲੋੜਵੰਦ ਦੀ ਮਦਦ ਕਰਦਿਆਂ ਹੋਇਆਂ ਜੀਵਨ ਬਤੀਤ ਕਰੇ। ਤੋ ਇਹ ਜੋ ਸ਼ਬਦ ਹੈ, ਇਸ ਵਿੱਚ ਪ੍ਰਸ਼ਨ ਪੁੱਛਿਆ ਗਿਆ ਸੰਸਾਰ ਦੇ ਉਹਨਾਂ ਦੇ ਮਨੁੱਖਾਂ ਨੂੰ। ਇੰਜ ਪ੍ਰਤੀਤ ਹੁੰਦਾ ਹੈ ਕਿ ਜਦੋਂ ਪਰਮਾਨੰਦ ਜੀ ਸੰਸਾਰ ਵਿੱਚ ਵਿਚਰਦੇ ਸਨ ਤਾਂ ਬਹੁਤ ਸਾਰੇ ਲੋਕ ਉਹ ਐਸੇ ਉਹਨਾਂ ਨੂੰ ਦਿਖਾਈ ਦੇ ਰਹੇ ਸਨ ਜਿਹੜੇ ਧਾਰਮਿਕ ਪੁਸਤਕਾਂ ਦਾ ਪਾਠ ਕਰਦੇ ਸੁਣਦੇ ਸਨ, ਪਰ ਉਹਨਾਂ ਦਾ ਜੀਵਨ ਪ੍ਰੈਕਟੀਕਲ ਜੀਵਨ ਨਹੀਂ ਸੀ, ਅਮਲੀ ਜੀਵਨ ਨਹੀਂ ਸੀ। ਦਰਅਸਲ ਸੰਸਾਰ ਦਾ ਮਨੁੱਖ ਧਰਮੀ ਦਿਸਣਾ ਚਾਹੁੰਦਾ ਹੈ, ਧਰਮੀ ਬਣਨਾ ਨਹੀਂ ਚਾਹੁੰਦਾ। ਤੇ ਧਰਮ ਜੋ ਉਪਦੇਸ਼ ਇਸ ਨੂੰ ਦਿੰਦਾ ਹੈ ਉਹ ਇਹ ਹੈ ਕਿ ਮਨੁੱਖ ਕਰਨੀ ਪ੍ਰਧਾਨ ਭਾਨ ਉਦਤ ਆਕਾਸ਼, ਜਿਵੇਂ ਭਾਈ ਗੁਰਦਾਸ ਜੀ ਵੀ ਲਿਖਦੇ ਹਨ। ਤੋ ਗੁਰਬਾਣੀ ਸ਼ੀਸ਼ਾ ਬਣ ਕੇ ਸਾਡੇ ਸਾਹਮਣੇ ਖੜੀ ਹੋ ਜਾਂਦੀ ਹੈ। ਖਾਸ ਕਰਕੇ ਭਗਤ ਜੀ ਦਾ ਜੋ ਸ਼ਬਦ ਹੈ, ਤੇ ਮਨੁੱਖ ਸੋਚਣ ਲਈ ਜੇ ਮਜਬੂਰ ਹੋ ਜਾਵੇ, ਇਹ ਆਪਣੇ ਮਨ ਅੰਦਰ ਸੋਚੇ ਭਈ ਭਗਤ ਜੀ ਇਹ ਗੱਲ ਕਹਿ ਰਹੇ ਹਨ ਕਿ ਧਾਰਮਿਕ ਪੁਸਤਕਾਂ ਦਾ ਪਾਠ ਪੜ੍ਹ ਸੁਣ ਕੇ ਤੂੰ ਖਟਿਆ ਕੀ ਤੂੰ ਪ੍ਰੈਕਟੀਕਲ ਜੀਵਨ ਜੀਵਿਆ, ਤੇਰਾ ਜੀਵਨ ਅਮਲੀ ਜੀਵਨ ਹੈ। ਜਦੋਂ ਮਨੁੱਖ ਇਹ ਗੱਲ ਸੋਚੇਗਾ ਤਾਂ ਫਿਰ ਇਹ ਸ਼ਾਇਦ ਸੱਚ ਵਾਲੇ ਪਾਸੇ ਇਸ ਦਾ ਮਨ ਮੁੜ ਜਾਵੇਗਾ। ਤੋ ਕਬੀਰ ਜੀ ਦਾ ਇੱਕ ਸ਼ਬਦ ਹੈ ਬੜਾ ਸੁੰਦਰ, ਉਹ ਵੀ ਇਹ ਪ੍ਰਸ਼ਨ ਪੁੱਛਦੇ ਹਨ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰਾ, ਅੰਧਿਆਰਾ ਦੀਪਕ ਚਹੀਐ, ਇੱਕ ਬਸਤ ਅਗੋਚਰ ਲਈਐ। ਭਾ ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ। ਪੜ੍ਹਨ ਦਾ, ਸੁਣਨ ਦਾ ਕੀ ਲਾਭ? ਵੇਦ ਅਤੇ ਪੁਰਾਣ ਧਾਰਮਿਕ ਪੁਸਤਕਾਂ ਪੜ੍ਹਨ ਦਾ ਕੀ ਲਾਭ ਜੇ ਉਹਨਾਂ ਅਨੁਸਾਰ ਜੀਵਨ ਨੂੰ ਅਮਲੀ ਜੀਵਨ ਨਹੀਂ ਬਣਾਇਆ? ਪੜ੍ਹੇ ਸੁਣੇ ਕਿਆ ਹੋਈ, ਭਾਈ ਪੜ੍ਹਨ ਸੁਣਨ ਨਾਲ ਕੀ ਹੋਏਗਾ, ਜੋ ਸਹਿਜ ਨਾ ਮਿਲਿਆ ਸੋਈ। ਸਹਿਜ ਇੱਕ ਮਨ ਦੀ ਐਸੀ ਅਵਸਥਾ ਹੈ ਜਿਸ ਅਵਸਥਾ ਵਿੱਚ ਮਨ ਭਟਕਣ ਤੋਂ ਰੁਕ ਜਾਂਦਾ ਹੈ, ਵਿਸ਼ੇ ਵਿਕਾਰਾਂ ਤੋਂ ਦੂਰ ਹੋ ਜਾਂਦਾ ਹੈ, ਖੁਸ਼ੀ ਅਤੇ ਗਮੀ ਨੂੰ ਇੱਕੋ ਕਰਕੇ ਰੱਬ ਦਾ ਭਾਣਾ ਕਰਦੇ ਹੋਇਆ ਮੰਨਦਾ ਹੈ, ਜਿਸ ਵਿੱਚ ਮਨੁੱਖ ਨੂੰ ਮਾਇਆ ਦੀ ਲਾਲਸਾ ਨਹੀਂ ਰਹਿੰਦੀ ਤੇ ਪ੍ਰਭੂ ਵੱਲੋਂ ਦਿੱਤੇ ਹੋਏ ਨਾਲ ਹੀ ਸੰਤੁਸ਼ਟੀ ਕਰਕੇ ਸਾਧਾਰਨ ਜੀਵਨ ਜਿਉਂਦਾ ਹੈ। ਤਾਂ ਭਗਤ ਜੀ ਪੁੱਛ ਕਰਦੇ ਹਨ ਕਿ ਭਾਈ ਤੈ ਨਰ ਕਿਆ ਪੁਰਾਨ ਸੁਨ ਕੀ ਨਾ, ਅਨ ਪਾਵਨੀ ਭਗਤ ਨਹੀਂ ਉਪਜੀ, ਭੂਖੇ ਦਾਨ ਨਾ ਦੀਨਾ। ਇਹੀ ਗੱਲ ਕਬੀਰ ਜੀ ਨੇ ਕਹੀ ਹੈ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ। ਗੁਣੀਆਂ ਦੇ ਅਰਥ ਨੂੰ ਵਿਚਾਰਨਾ। ਤੂੰ ਕੀ ਫਾਇਦਾ ਤੇਰੇ ਧਾਰਮਿਕ ਪੁਸਤਕਾਂ ਨੂੰ ਪੜ੍ਹਨ ਦਾ, ਵਿਚਾਰਨ ਦਾ? ਕਿਆ ਵੇਦ ਪੁਰਾਣਾ ਸੁਣੀਐ। ਵੇਦ ਅਤੇ ਪੁਰਾਣ ਧਾਰਮਿਕ ਪੁਸਤਕਾਂ ਕੇਵਲ ਜੇ ਤੂੰ ਦਿਖਾਵੇ ਮਾਤਰ ਪੜ੍ਹਦਾ ਹੈ ਤਾਂ ਕੀ ਫਾਇਦਾ ਇਹਨਾਂ ਦਾ, ਕੀ ਲਾਭ ਤੈਨੂੰ ਪੁੱਜੇਗਾ? ਭਾਈ ਪੜ੍ਹੇ ਸੁਨੇ ਕਿਆ ਹੋਈ, ਇਹਨਾਂ ਨੂੰ ਪੜ੍ਹਨ ਨਾਲ ਸੁਣਨ ਨਾਲ ਕੀ ਹੋਵੇਗਾ? ਜੋ ਸਹਿਜ ਨਾ ਮਿਲਿਓ ਸੋਈ। ਜੋ ਮਾਲਕ ਤੈਨੂੰ ਨਹੀਂ ਮਿਲਿਆ, ਉਸ ਮਾਲਕ ਨੇ ਤੇਰੇ ਹਿਰਦੇ ਘਰ ਅੰਦਰ ਨਿਵਾਸ ਨਹੀਂ ਕੀਤਾ, ਤੇਰਾ ਮਨ ਭਟਕਣਾ ਤੋਂ ਰਹਿਤ ਨਹੀਂ ਹੋਇਆ, ਤਾਂ ਫਿਰ ਕੀ ਫਾਇਦਾ ਹੋਇਆ ਤੈਨੂੰ ਧਾਰਮਿਕ ਪੁਸਤਕਾਂ ਪੜ੍ਹਨ ਦਾ? ਭਾਈ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰਾ। ਹਰੀ ਦਾ ਨਾਮ ਇਹ ਗਵਾਰ ਮਨੁੱਖ ਤੂੰ ਨਹੀਂ ਜਪਦਾ, ਮਨ ਕਰਕੇ ਨਹੀਂ ਜਪਦਾ, ਤੇ ਸੋਚਾਂ ਦੁਨਿਆਵੀ ਸੋਚਦਾ, ਮੈਂ ਮਾਇਆ ਕਿਵੇਂ ਇਕੱਤਰ ਕਰਾਂ, ਮੈਂ ਪਰਿਵਾਰ ਦੇ ਮੋਹ ਵਿੱਚ ਕਿਵੇਂ ਫਸ ਕੇ ਪਰਿਵਾਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਇਹ ਯਤਨ ਕਰਾਂ। ਬਸ ਇਹ ਸੋਚਾਂ ਸੋਚਦਾ ਹੋਇਆ ਮਨੁੱਖ ਆਪਣਾ ਜੀਵਨ ਅਜਾਈਂ ਗਵਾ ਦਿੰਦਾ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਅੰਧਿਆਰਾ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈਏ। ਜਿਵੇਂ ਅਗਿਆਨ ਅੰਧੇਰੇ ਦੇ ਵਿੱਚ ਅੰਧੇਰੇ ਨੂੰ ਦੂਰ ਕਰਨ ਲਈ ਸਾਨੂੰ ਦੀਵਾ ਚਾਹੀਦਾ ਹੈ, ਇਸ ਤਰ੍ਹਾਂ ਅਗਿਆਨਤਾ ਦੇ ਅੰਧੇਰੇ ਵਿੱਚ ਜਿਹੜਾ ਮਨ ਭਟਕ ਰਿਹਾ ਹੈ, ਉਸ ਮਨ ਨੂੰ ਭਟਕਣ ਤੋਂ ਬਚਾਉਣ ਲਈ ਤੇ ਆਪਣੇ ਮਾਲਕ ਨਾਲ ਜੋੜਨ ਲਈ ਸਾਨੂੰ ਗਿਆਨ ਦੀ ਲੋੜ ਹੈ, ਗਿਆਨ ਦਾ ਦੀਵਾ ਚਾਹੀਦਾ ਹੈ। ਤੇ ਗੁਰੂ ਨੇ ਹੀ ਇਹ ਗਿਆਨ ਦਾ ਦੀਵਾ ਸਾਡੇ ਅੰਦਰ ਪਾਲਿਆ ਹੈ। ਅੰਧਿਆਰਾ ਦੀਪਕ ਆਨ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ, ਅਗਿਆਨ ਅੰਧੇਰਾ ਬਿਨਸ ਬਿਨਾਸਿਓ, ਘਰ ਵਸਤ ਲਹੀ ਮਨ ਜਾਗੇ।
ਸਾਕਤ ਬੱਧਿਕ ਮਾਇਆ ਧਾਰੀ, ਤਿਨ ਜਮ ਜੋ ਹਨ ਲਾਗੇ। ਹੁਣ ਸਤਿਗੁਰੂ ਆਗੈ ਸੀਸ ਨਾ ਵੇਚਿਓ, ਓਏ ਆਵੇਂ ਜਾਏ ਅਭਾਗੇ। ਇਸ ਲਈ ਕਬੀਰ ਜੀ ਕਹਿੰਦੇ ਨੇ, ਅੰਧਿਆਰ ਹੈ ਦੀਪਕ ਚਾਹੀਏ। ਤੇਰੇ ਅੰਦਰ ਅਗਿਆਨਤਾ ਦਾ ਅੰਧੇਰਾ ਹੈ। ਇਸ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਨ ਲਈ ਗੁਰੂ ਦਾ ਉਪਦੇਸ਼ ਰੂਪੀ ਦੀਵਾ ਚਾਹੀਦਾ ਹੈ, ਤਾਂ ਕਿ ਤੂੰ ਧਰਮ ਵਾਲੇ ਪਾਸੇ ਮੁੜੇ, ਤੇਰਾ ਮਨ ਭਟਕਣਾ ਤੋਂ ਬਚ ਕੇ ਆਪਣੇ ਪ੍ਰਭੂ ਨਾਲ ਜੁੜ ਕੇ ਜੀਵਨ ਬਤੀਤ ਕਰੇ। ਤੋ ਇਤਨਾ ਹੀ ਨਹੀਂ, ਰਵਿਦਾਸ ਭਗਤ ਜੀ ਨੇ ਵੀ ਇੱਕ ਬੜੀ ਸੁੰਦਰ ਗੱਲ ਆਖੀ ਹੈ। ਕਹਿੰਦੇ ਨੇ, ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਅਨ ਪਾਉ ਪਾਉ ਨ ਦਰਸੈ। ਲੋਹਾ ਕੰਚਨ ਹਿਰੰਡ ਹੋਏ ਕੈਸੇ, ਜੋ ਪਾਰਸੇ ਨਾ ਪਰਸੈ। ਬੜੀ ਸੁੰਦਰ ਗੱਲ ਆਖੀ ਕਿ ਭਾਈ ਪੜ੍ਹੀਐ ਗੁਣੀਐ, ਪੜ੍ਹਨ ਨਾਲ ਤਾਂ ਜੋ ਪੜ੍ਹਿਆ ਹੋਇਆ ਉਸ ਨੂੰ ਵਿਚਾਰਨ ਨਾਲ। ਕਿਆ ਵੇਦ ਪੁਰਾਣਾ ਸੁਣੀਐ, ਫਿਰ ਤੇ ਕੀ ਲਾਭ ਤੈਨੂੰ ਹੋਏਗਾ ਭਾਈ, ਜੇ ਧਾਰਮਿਕ ਪੁਸਤਕਾਂ ਦਾ ਪਾਠ ਤੂੰ ਕਰੇ ਸੁਣਿਆ ਕੰਨਾਂ ਨਾਲ, ਪੜ੍ਹੇ ਸੁਣੇ ਕਿਆ ਹੋਈ ਭਾਈ, ਪੜ੍ਹਨ ਸੁਣਨ ਨਾਲ ਕੀ ਹੋਏਗਾ ਭਾਈ। ਤੇਰਾ ਹਿਸਾਬ ਕਿਤਾਬ ਤਾਂ ਇਸ ਤਰ੍ਹਾਂ ਹੀ ਹੈ ਕਿ ਪਾਰਸ ਨੂੰ ਛੂਹਣ ਨਾਲ ਹੀ ਕੋਈ ਚੀਜ਼ ਸੋਨਾ ਬਣ ਸਕਦੀ ਹੈ, ਪਰ ਤੂੰ ਪਾਰਸ ਨੂੰ ਛੂਹੇ ਵੀ ਨਾ। ਭਾਵ ਗੁਰੂ ਪਾਰਸ ਹੈ, ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਗੁਰੂ ਇੱਕ ਪਾਰਸ ਨਿਆਈ ਹੈ। ਜਿਵੇਂ ਪਾਰਸ ਭੇਟ ਕੰਚਨ ਧਾਤ ਹੋਈ, ਸਤਸੰਗਤ ਕੀ ਵਡਿਆਈ। ਸਤਸੰਗਤ ਦੀ ਵਡਿਆਈ ਇਹ ਹੈ ਕਿ ਜਿਹੜਾ ਸਤਸੰਗਤ ਵਿੱਚ ਆ ਕੇ ਉਸ ਮਾਲਕ ਦੀ ਸਿਫਤਸਲਾਹ ਸੁਣਦਾ ਹੈ ਤੇ ਉਸ ਸਿਫਤਸਲਾਹ ਅਨੁਸਾਰ, ਗੁਰੂ ਦੇ ਉਪਦੇਸ਼ਾਂ ਅਨੁਸਾਰ ਜੀਵਨ ਨੂੰ ਢਾਲਦਾ ਹੈ, ਉਸ ਦਾ ਜੀਵਨ ਵਿੱਚ ਬਦਲਾ ਆ ਜਾਂਦਾ ਹੈ। ਉਹ ਤਾਂ ਗੁਰੂ ਵਰਗਾ ਹੀ ਹੋ ਜਾਂਦਾ ਹੈ, ਉਹ ਤਾਂ ਰੱਬ ਵਰਗਾ ਹੀ ਹੋ ਜਾਂਦਾ ਹੈ। ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੈ ਪਛਾਣੇ। ਪਰ ਮਨੁੱਖ ਕੀ ਕਰਦਾ ਹੈ, ਉਸ ਪਾਰਸ ਨੂੰ ਛੂੰਹਦਾ ਨਹੀਂ ਤੇ ਚਾਹੁੰਦਾ ਮੈਂ ਲੋਹੇ ਤੋਂ ਸੋਨਾ ਬਣ ਜਾਵਾਂ। ਐਸਾ ਕਦੀ ਵੀ ਨਹੀਂ ਹੋ ਸਕਦਾ। ਇਹੀ ਗੱਲ ਰਵਿਦਾਸ ਜੀ ਨੇ ਆਖੀ ਕਿ ਭਾਈ ਪੜ੍ਹੀਐ ਗੁਣੀਐ ਨਾਮ ਸਭ ਸੁਣੀਐ। ਦਿਖਾਵੇ ਵਜੂ ਪੜ੍ਹਨਾ ਸਮਝਣਾ ਨਾਮ ਜਪਣਾ, ਅਨਭਉ ਭਾਉ ਨਾ ਦਰਸੇ। ਉਸ ਤੇ ਅੰਤਰੀਵ ਭਾਵ ਨੂੰ ਨਾ ਸਮਝਦੇ ਹੋਇਆਂ ਜੀਵਨ ਨੂੰ ਸ਼ਬਦ ਅਨੁਸਾਰ ਨਾ ਢਾਲਣਾ, ਇਹ ਅਜਾਈ ਹੀ ਗੁਆਨ ਦੀ ਗੱਲ ਹੈ। ਲੋਹਾ ਕੰਚਨ ਹਿਰਣ ਹੋਏ ਕੈਸੇ। ਲੋਹਾ ਜਾਂ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਵੀ ਚੰਦਨ ਦੇ ਬੂਟੇ ਨਾਲ ਜਿਹੜੇ ਛਿਛਰੇ ਦੇ ਦਰਖਤ ਹਨ, ਕਈ ਵਾਰੀ ਛੋਟੇ ਜੰਡ ਬੂਟੇ ਉਹ ਵੀ ਸੁਗੰਧੀ ਦੇਣ ਲੱਗਦੇ ਹਨ ਕਿਉਂਕਿ ਉਸ ਦਾ ਸਾਥ ਮੰਨਦੇ ਹਨ। ਪਰ ਕੋਲ ਖੜਾ ਬਾਂਸ ਜਿਹੜਾ ਹਉਮੈ ਤੇ ਹੰਕਾਰ ਵਿੱਚ ਹੈ, ਕੋਲ ਖੜਾ ਹੈ ਪਰ ਸੰਗਤ ਚੰਦਨ ਦੀ ਨਹੀਂ ਕਰਦਾ, ਉਹ ਕਦੀ ਲਾਹਾ ਪ੍ਰਾਪਤ ਨਹੀਂ ਕਰ ਸਕਦਾ। ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਤੇ ਛੋਟੇ ਦਰਖਤ ਜਿਨ੍ਹਾਂ 'ਚ ਨਿਮਰਤਾ ਹੈ, ਛੋਟੇ ਹਨ, ਚੰਦਨ ਨਾਲ ਲਿਪਟੇ ਹੋਏ ਹਨ, ਉਸ ਦਾ ਸਾਥ ਮੰਨਦੇ ਹਨ, ਉਹ ਵੀ ਚੰਦਨ ਵਰਗੇ ਹੋ ਜਾਂਦੇ ਹਨ। ਤੋ ਇੱਥੇ ਜੋ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਲੋਹਾ ਕੰਚਨ ਹਿਰਣ ਹੋਏ ਕੈਸੇ। ਹਿਰਣ ਕਹਿੰਦੇ ਨੇ ਇਰੰਡ ਦਾ ਦਰਖਤ। ਉਹ ਕਿਸ ਤਰ੍ਹਾਂ ਮਤਲਬ ਚੰਦਨ ਵਰਗੀ ਸੁਗੰਧੀ ਦੇਗਾ, ਜੋ ਪਾਰਸੇ ਨਾ ਪਰਸੈ, ਜੋ ਉਸਨੂੰ ਛੂੰਹਦਾ ਹੀ ਨਹੀਂ। ਯਾਨੀ ਉਹ ਸਿੱਖ ਸੰਸਾਰ ਵਿੱਚ ਆਇਆ ਉਹ ਵਿਅਕਤੀ ਜਿਹੜਾ ਧਾਰਮਿਕ ਪੁਸਤਕਾਂ ਤਾਂ ਪੜ੍ਹਦਾ ਹੈ, ਉਹਨਾਂ ਅਨੁਸਾਰ ਜੀਵਨ ਨੂੰ ਨਹੀਂ ਢਾਲਦਾ, ਪ੍ਰੈਕਟੀਕਲ ਜੀਵਨ ਨਹੀਂ ਜਿਉਂਦਾ, ਤਾਂ ਉਸ ਦਾ ਜੀਵਨ ਚੰਗਾ ਕਿਵੇਂ ਬਣੇਗਾ, ਉਸ ਦੀ ਆਤਮਿਕ ਅਵਸਥਾ ਕਿਵੇਂ ਉੱਚੀ ਹੋਏਗੀ। ਐਸਾ ਕਦੇ ਨਹੀਂ ਹੋ ਸਕਦਾ। ਤੋ ਇੱਕ ਥਾਂ ਤੇ ਨਹੀਂ, ਅਣਗਿਣਤ ਥਾਵਾਂ ਤੇ ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਗੁਰਮਤਿ ਅਸੀਂ ਵੇਦ ਵਿਆਹ ਸਕਦੇ ਹਾਂ, ਉਹਨਾਂ ਨੇ ਵੀ ਇੱਕ ਸਾਨੂੰ ਆਪਣੇ ਇੱਕ ਸ਼ਬਦ ਵਿੱਚ ਇੱਕ ਸਵਾਲ ਕੀਤਾ ਹੈ। ਕਹਿੰਦੇ ਭਾਈ ਖਾਂਡ ਖਾਂਡ ਕਹੈ, ਜੇਬਾ ਨਾ ਸਵਾਦ ਮੀਠੋ ਆਵੇ। ਜਿਵੇਂ ਕੋਈ ਮਨੁੱਖ ਜੇ ਮਿੱਠੇ ਦਾ ਸਵਾਦ ਚਖਣਾ ਚਾਹਵੇ, ਮਿੱਠਾ ਉਹ ਖਾਵੇ ਨਾ, ਮਿੱਠਾ ਉਸ ਕੋਲ ਹੋਵੇ ਨਾ, ਤੇ ਖਾਲੀ ਇਸ ਦਾ ਨਾਮ ਜਪ ਜਪ ਕੇ ਮੂੰਹ ਚੂਦ ਕਹਵੇ ਮੈਨੂੰ ਇਹ ਸਵਾਦ ਮਿਲ ਜਾਏਗਾ, ਐਸਾ ਹੋ ਹੀ ਨਹੀਂ ਸਕਦਾ। ਖਾਂਡ ਖਾਂਡ ਕਹੈ ਜੇਬਾ ਨਾ ਸਵਾਦ ਮੀਠੋ ਆਵੇ, ਅਗਨ ਅਗਨ ਕਹੈ ਸੀਤ ਨਾ ਵਿਨਾਸ਼। ਕਿਸੇ ਮਨੁੱਖ ਨੂੰ ਠੰਡ ਲੱਗ ਰਹੀ ਹੋਵੇ, ਸਰਦੀ ਦਾ ਮੌਸਮ ਹੋਵੇ, ਬਰਫਾਨੀ ਮੌਸਮ ਹੋਵੇ, ਤੋ ਅੱਗ ਨੂੰ ਯਾਦ ਕਰੀ ਜਾਵੇ, ਅਗਨ ਅਗਨ ਮੂੰਹ ਚੋਂ ਪੜੀ ਜਾਵੇ, ਕੀ ਉਸ ਨੂੰ ਉਹ ਸੇਕ, ਉਹ ਗਰਮੈਸ਼ ਮਿਲ ਸਕਦਾ ਹੈ ਜਿਹੜਾ ਵਾਸਤਵ ਵਿੱਚ ਅੱਗ ਬਾਲ ਕੇ ਕੋਲ ਬੈਠਣ ਨੂੰ ਸਾਨੂੰ ਗਰਮੈਸ਼ ਮਿਲ ਸਕਦਾ ਹੈ? ਕਹਿੰਦਾ ਨਹੀਂ ਮਿਲ ਸਕਦਾ। ਤੋ ਇਸ ਤਰ੍ਹਾਂ ਇੱਕ ਨਹੀਂ ਬਹੁਤ ਸਾਰੀਆਂ ਥਾਵਾਂ ਤੇ ਭਾਈ ਗੁਰਦਾਸ ਜੀ ਨੇ ਬੜੇ ਹਵਾਲੇ ਦੇ ਕੇ ਸਾਨੂੰ ਫਿਰ ਗੱਲ ਸੁਣਾਈ ਹੈ ਕਿ ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਵਾਸ ਬਾਂਸ। ਚੰਦਨ ਚੰਦਨ ਕਹਿ ਕੇ
ਤੋ ਚੰਦਨ ਦੀ ਖੁਸ਼ਬੂ ਮਨੁੱਖ ਪ੍ਰਾਪਤ ਨਹੀਂ ਕਰ ਸਕਦਾ। ਮਨੁੱਖ ਕੋਲੋਂ ਵੀ ਚੰਦਨ ਵਰਗੀ ਖੁਸ਼ਬੂ ਨਹੀਂ ਆ ਸਕਦੀ, ਜੇ ਮੂੰਹ 'ਚੋਂ ਫਿਰ ਚੰਦਨ ਚੰਦਨ ਆਖਦਾ ਰਹੇ। ਚੰਦਨ ਨਾਲ ਇਸ ਨੂੰ ਲਿਪਟਣਾ ਪਏਗਾ, ਚੰਦਨ ਦਾ ਸੰਗ ਮਾਨਣਾ ਪਏਗਾ, ਸੰਗ ਕਰਨਾ ਪਏਗਾ। ਤੋ ਅੱਗੇ ਭਾਈ ਗੁਰਦਾਸ ਜੀ ਅਣਗਿਣਤ ਥਾਵਾਂ ਤੇ ਇਸੇ ਤਰ੍ਹਾਂ ਬਿਆਨ ਕਰਦੇ ਨੇ ਮਨੁੱਖ ਤੋਂ ਪ੍ਰੈਕਟੀਕਲ ਜੀਵਨ ਜੀ। ਤੋ ਵੈਦ ਵੈਦ ਕਹੈ ਰੋਗ ਕਾਹੂ ਕੋ ਮਿਟਤ ਨਾਹੀਂ। ਕੋਈ ਰੋਗੀ ਹੋਵੇ ਤਾਂ ਉਸ ਨੂੰ ਕਿਸੇ ਡਾਕਟਰ ਕੋਲ, ਹਕੀਮ ਕੋਲ ਜਾ ਕੇ ਉਸ ਕੋਲੋਂ ਇਲਾਜ ਕਰਵਾਉਣਾ ਪਏਗਾ। ਤੇ ਮਨੁੱਖ ਕਵੇ ਮੈਂ ਡਾਕਟਰ ਦਾ ਨਾਂ ਜਪਦਾ ਰਹਾਂ ਤੇ ਮੇਰਾ ਜੋ ਦਰਦ ਹੈ, ਮੇਰਾ ਜੋ ਰੋਗ ਹੈ ਦੂਰ ਹੋ ਜਾਏਗਾ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਕਦੇ ਹੀ ਨਹੀਂ ਹੋ ਸਕਦਾ ਭਾਈ। ਇਸ ਤਰ੍ਹਾਂ ਕਰਨ ਨਾਲ ਤੇਰਾ ਜੋ ਹੈ ਰੋਗ ਉਹ ਦੂਰ ਨਹੀਂ ਹੋ ਸਕਦਾ। ਤੋ ਫਿਰ ਦਰਬ ਦਰਬ ਕਹਿ ਕਉ ਦਰਬੈ ਨਾ ਬਿਲਾਤ। ਧਨ ਦੌਲਤ ਦਾ ਆਨੰਦ ਮਾਣਨ ਲਈ ਮਨੁੱਖ ਕੋਲ ਧਨ ਦੌਲਤ ਦਾ ਹੋਣਾ ਲਾਜ਼ਮੀ ਹੈ। ਜੇ ਮਨੁੱਖ ਚਾਹਵੇ ਕਿ ਭਾਈ ਮੈਂ ਜੋ ਧਨ ਦੌਲਤ ਕਿਸੇ ਮਨੁੱਖ ਕੋਲ ਹੋਵੇ, ਜੋ ਆਨੰਦ ਉਹ ਮਾਣ ਸਕਦਾ ਹੈ ਧਨ ਦੌਲਤ ਖਰਚ ਕਰਕੇ, ਮੈਂ ਕੇਵਲ ਧਨ ਦੌਲਤ ਜਪੀ ਜਾਵਾਂ ਤੇ ਮੈਨੂੰ ਉਹ ਸਾਰੇ ਆਨੰਦ ਮਿਲ ਜਾਣਗੇ, ਐਸਾ ਕਦੀ ਨਹੀਂ ਹੋ ਸਕਦਾ ਭਾਈ। ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਬਾਸ ਬਾਂਸ। ਚੰਦ ਚੰਦ ਕਹਿ ਉਜਿਆਰੋ ਨਾ ਪ੍ਰਕਾਸ਼। ਇਸ ਤਰ੍ਹਾਂ ਚੰਦਰਮਾ ਚੰਦਰਮਾ ਕਹਿ ਕੇ ਤੋ ਮਨੁੱਖ ਨੂੰ ਉਹ ਲਾਈਟ ਪ੍ਰਾਪਤ ਨਹੀਂ ਹੋ ਸਕਦੀ। ਜਦ ਤੱਕ ਚੰਦਰਮਾ ਅਸਮਾਨ ਤੇ ਨਹੀਂ ਚੜੇਗਾ ਉਸ ਨੂੰ ਲੋ ਪ੍ਰਾਪਤ ਨਹੀਂ ਹੋ ਸਕਦੀ। ਤੋ ਫਿਰ ਅੱਗੇ ਕਹਿੰਦੇ ਨੇ ਭਾਈ ਤੈਸੇ ਗੁਰ ਗਿਆਨ ਗੋਸ਼ਟ ਬੈਣਾ ਰਹਿਤ ਪ੍ਰਦਾਨ ਨਹੀਂ ਕਰ ਸਕਦਾ। ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਪਾਵੈ ਕਰਨੀ ਪ੍ਰਧਾਨ ਭਾਨ ਉਦਤ ਆਕਾਸ਼। ਬਸ ਜਿਸ ਤਰ੍ਹਾਂ ਕਰਨੀ ਤੋਂ ਬਗੈਰ ਮਨੁੱਖ ਦਾ ਜੀਵਨ ਸੱਚੇ ਰਸਤੇ ਤੇ ਨਹੀਂ ਤੁਰ ਸਕਦਾ, ਇਹ ਧਰਮੀ ਨਹੀਂ ਬਣ ਸਕਦਾ, ਇਹ ਅੱਛੇ ਗੁਣ ਪ੍ਰਾਪਤ ਨਹੀਂ ਕਰ ਸਕਦਾ, ਇਸ ਨੂੰ ਅਮਲੀ ਜੀਵਨ ਜੀਵਣਾ ਹੋਏਗਾ। ਤੋ ਸੁਖਮਨੀ ਸਾਹਿਬ ਵਿੱਚ ਪੰਚਮ ਪਾਤਸ਼ਾਹ ਨੇ ਵੀ ਇਹ ਗੱਲ ਸਾਨੂੰ ਬੜੀ ਦ੍ਰਿੜ ਕਰਾਈ ਹੈ ਕਿ ਭਾਈ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਜਾਣਨਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਪੀਨ। ਅਵਰ ਉਪਦੇਸ਼ ਹੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਕਹਿੰਦੇ ਰਹਿਤ ਕੁਝ ਹੋਰ ਹੈ ਤੇ ਮਨੁੱਖ ਕੁਝ ਹੋਰ ਕਮਾ ਰਿਹਾ ਹੈ, ਕਰਨਾ ਕੁਝ ਹੋਰ ਸੀ। ਸੀਲ ਧਰਮ ਜਪ ਭਗਤ ਨਾ ਕੀਨੀ ਹਉ ਅਪਮਾਨ ਟੇੜ ਪਗਰੀ ਭਗਤ ਜੀ ਆਖਦੇ ਹਨ। ਚਾਹੀਦਾ ਸੀ ਚੰਗੇ ਗੁਣ ਪ੍ਰਾਪਤ ਕਰਨੇ, ਅਮਲੀ ਜੀਵਨ ਜਿਉਣਾ। ਅਮਲੀ ਜੀਵਨ ਨਹੀਂ ਜੀਵਿਆ, ਰਹਿਤ ਕੁਝ ਹੋਰ ਸੀ। ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਕਿਸੇ ਨਾਲ ਪ੍ਰੀਤ ਨਹੀਂ ਹੈ, ਇਸ ਨੂੰ ਮਾਲਕ ਨਾਲ ਪ੍ਰੀਤ ਨਹੀਂ, ਪਰ ਮਨੁੱਖੋਂ ਇੱਕ ਫਾਰਮੈਲਿਟੀ ਸੇ ਦਿਖਾਵੇ ਵਜੋਂ ਇਹ ਉਸ ਧਰਮ ਦੀਆਂ ਗੱਲਾਂ ਕਰਦਾ ਹੈ। ਪੰਚਮ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਕਰਨ ਵਾਲਾ ਮਨੁੱਖ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਜਾਣਨਹਾਰ ਪ੍ਰਭੂ ਪਰਬੀਨ, ਉਹ ਸਿਆਣਾ ਸਭ ਕੁਝ ਜਾਣਨ ਵਾਲਾ ਮਾਲਕ ਜਿਹੜਾ ਹੈ ਤੈਨੂੰ ਦੇਖ ਰਿਹਾ ਹੈ, ਉਹ ਤੇਰੇ ਬਾਰੇ ਸਭ ਕੁਝ ਜਾਣਦਾ ਹੈ। ਤੂੰ ਇਸ ਤਰ੍ਹਾਂ ਦਿਖਾਵੇ ਵਾਲੇ ਕਰਮ ਕਰਕੇ ਉਸ ਮਾਲਕ ਨੂੰ ਨਹੀਂ ਰਿਝਾ ਸਕਦਾ ਭਾਈ। ਤੋ ਉਹ ਸਭ ਕੁਝ ਦੇਖ ਰਿਹਾ ਭਾਈ। ਅੱਗੇ ਜਾ ਕੇ ਬੜੇ ਸੁੰਦਰ ਸ਼ਬਦਾਂ ਚ ਪੰਚਮ ਪਾਤਸ਼ਾਹ ਨੇ ਵੀ ਗੱਲ ਆਖੀ। ਕਹਿੰਦੇ ਨੇ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੈ ਰਾਮ ਨਹੀਂ ਪੂਰਨ ਰਹਿਤ। ਉਪਦੇਸ਼ ਕਰੈ ਕਰ ਲੋਕ ਦ੍ਰਿੜ ਆਵੈ ਆਪਣਾ ਕਹਿਆ ਆਪਣਾ ਕਮਾਵੈ। ਕਿ ਭਾਈ ਮੁਖ ਤੇ ਪੜਤਾ ਟੀਕਾ ਸਹਿਤ, ਧਾਰਮਿਕ ਪੁਸਤਕਾਂ ਰਸਨਾ ਨਾਲੇ ਅਰਥਾਂ ਸਮੇਤ ਪੜ੍ਹਦਾ ਹੈ, ਵਿਚਾਰਦਾ ਹੈ। ਹਿਰਦੈ ਰਾਮ ਨਹੀਂ, ਪਰ ਹਿਰਦੇ ਘਰ ਅੰਦਰ ਉਸ ਮਾਲਕ ਦਾ ਨਾਮ ਟਿਕਿਆ ਹੋਇਆ ਹੀ ਨਹੀਂ। ਤੇਰਾ ਹਿਰਦਾ ਨਾਮ ਤੂੰ ਸਖਣਾ ਹੈ, ਖਾਲੀ ਹੈ। ਪੂਰਨ ਰਹਿਤ, ਪਰ ਗੱਲਾਂ ਪੂਰਨ ਰਹਿਤ ਵਾਲੀਆਂ ਕਰਦਾ ਹੈ ਮਨੁੱਖ, ਧਰਮੀਆਂ ਵਾਲੀਆਂ ਕਰਦਾ ਹੈ, ਤਾਂ ਕਿ ਲੋਕੀ ਸਮਝਣ ਕਿ ਕੋਈ ਧਰਮੀ ਪੁਰਸ਼ ਹੈ। ਤਾਂ ਗੁਰਬਾਣੀ ਆਖਦੀ ਹੈ ਹਰ ਇੱਕ ਮਨੁੱਖ ਧਰਮੀ ਦਿਸਣਾ ਚਾਹੁੰਦਾ ਹੈ। ਲੋਕੀ ਮੈਨੂੰ ਦੇਖ ਕੇ ਆਖਣੇ ਧਰਮੀ ਹੈ, ਧਰਮੀ ਬਣਨਾ ਨਹੀਂ ਚਾਹੁੰਦਾ। ਧਰਮੀ ਬਣਨ ਲਈ ਧਰਮ ਵਾਲੇ ਕੰਮਾਂ ਤੇ ਇਸ ਨੂੰ ਅਮਲੀ ਰੂਪ ਵਿੱਚ ਪਹਿਰਾ ਦੇਣਾ ਪਏਗਾ, ਪਰ ਐਸਾ ਕਰ ਨਹੀਂ ਰਿਹਾ। ਇਸ ਲਈ ਪੰਚਮ ਪਾਤਸ਼ਾਹ ਕਹਿੰਦੇ ਨੇ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੈ ਰਾਮ ਨਹੀਂ ਪੂਰਨ ਰਹਿਤ। ਉਪਦੇਸ਼ ਕਰੈ ਕਰ ਲੋਕ ਦ੍ਰਿੜਾ।
ਲੋਕਾਂ ਨੂੰ ਉਪਦੇਸ਼ ਕਰਦਾ ਦਿਖਾਵੇ ਵਜੋਂ, ਉਹਨਾਂ ਨੂੰ ਧਰਮ ਦੀਆਂ ਗੱਲਾਂ ਦ੍ਰਿੜ ਕਰਾਉਣ ਲਈ ਇਹ ਕਹਿੰਦਾ ਹੈ, ਆਪਣਾ ਕਹਿਆ ਆਪ ਨਾ ਕਮਾਵੇ। ਜੋ ਆਪ ਕਹਿ ਰਹੇ ਉਹ ਆਪ ਕਮਾਉਂਦਾ ਨਹੀਂ, ਤੇ ਧਰਮ ਕਮਾਈ ਕਰਨ ਲਈ ਹੈ। ਧਰਮ ਕੀ ਦਿਖਾਵੇ ਵੇਲੇ ਪਹਿਰਾਵੇ ਦਾ ਨਾਮ ਨਹੀਂ। ਦਿਖਾਵੇ ਵਜੋਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਮਨੁੱਖ ਧਰਮੀ ਨਹੀਂ ਬਣ ਸਕਦਾ, ਰੱਬ ਦੀਆਂ ਨਜ਼ਰਾਂ 'ਚ ਕਬੂਲ ਨਹੀਂ ਪੈ ਸਕਦਾ। ਉਸ ਦਾ ਇੱਕ ਕੀਮਤੀ ਮਨੁੱਖਾ ਜਨਮ ਜਿਹੜਾ ਹੈ ਇਹ ਸਫਲ ਨਹੀਂ ਹੋ ਸਕਦਾ। ਮਨੁੱਖ ਨੂੰ ਕੀਮਤੀ ਜਨਮ ਸਫਲ ਕਰਨ ਲਈ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਪਾਸੋਂ ਇੱਕ ਸਬਕ ਸਿੱਖਣਾ ਪਏਗਾ। ਉਹਨਾਂ ਨੇ ਜਦੋਂ ਮਨ ਅਰਪਣ ਕਰ ਦਿੱਤਾ ਦੂਜੇ ਪਾਤਸ਼ਾਹ ਨੂੰ ਨਾ, ਮਨ ਵੇਚਿਆ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ। ਇੱਕ ਦਿਨ ਜਦੋਂ ਉਹ ਗੁਰੂ ਦਰਬਾਰ ਵਿੱਚ ਢਹਿ ਪਏ ਨਾ, ਤਾਂ ਇੱਕ ਸਵਾਲ ਪੁੱਛਿਆ ਗੁਰੂ ਪਾਤਸ਼ਾਹ ਕੋਲੋਂ, ਗੁਰੂ ਅੰਗਦ ਦੇਵ ਜੀ ਤੋਂ, ਪਾਤਸ਼ਾਹ ਲੱਗਦਾ ਮੇਰਾ ਸਰੀਰ ਹੁਣ ਬਿਰਧ ਹੋ ਗਿਆ ਤੇ ਮੈਂ ਬਹੁਤੀ ਦੇਰ ਤੱਕ ਗਾਗਰ ਨਹੀਂ ਢੋ ਸਕਦਾ। ਸਾਰੇ ਜਾਣਦੇ ਨੇ ਇਤਿਹਾਸ ਵਿੱਚ ਕਿ 12 ਸਾਲ ਉਹਨੇ ਗਾਗਰ ਢੋਈ। ਪੁਰਾਣੇ ਸਮਿਆਂ ਵਿੱਚ ਘਰਾਂ ਵਿੱਚ ਨਲਕੇ ਨਹੀਂ ਸਨ ਆਉਂਦੇ, ਦੂਰ ਦਰਿਆਵਾਂ ਚਸ਼ਮੇ ਤੋਂ ਪਾਣੀ ਲਿਆਉਣਾ ਪੈਂਦਾ ਸੀ। ਤਾਂ ਅਮਰਦਾਸ ਜੀ ਨੇ ਦੂਰੋਂ ਪਾਣੀ ਲਿਆ ਕੇ ਰਾਵੀ ਤੋਂ 12 ਸਾਲ ਤੱਕ ਗੁਰੂ ਸਾਹਿਬ ਨੂੰ ਲਗਾਤਾਰ ਅੰਮ੍ਰਿਤ ਵੇਲੇ ਇਸ਼ਨਾਨ ਕਰਵਾਇਆ। ਇੱਕ ਦਿਨ ਜਦੋਂ ਰਸਤੇ 'ਚ ਇੱਕ ਕਿੱਲੀ ਗੱਡੀ ਹੋਈ ਸੀ ਤੇ ਉਸ ਨਾਲ ਟਕਰਾ ਗਏ, ਥੱਲੇ ਡਿੱਗ ਗਏ। ਤਾਂ ਗੁਰੂ ਦਰਬਾਰ ਵਿੱਚ ਆ ਕੇ ਆਖਿਆ, ਬਾਦਸ਼ਾਹ ਇੰਜ ਲੱਗਦਾ ਹੈ ਕਿ ਪਤਾ ਨਹੀਂ ਮੈਂ ਬਹੁਤੀ ਦੇਰ ਤੱਕ ਇਹ ਪਾਣੀ ਢੋਣ ਦੀ ਸੇਵਾ ਸ਼ਾਇਦ ਨਾ ਕਰ ਸਕਾਂ, ਮੇਰਾ ਸਰੀਰ ਬਿਰਧ ਹੋ ਗਿਆ। ਕਿਉਂਕਿ ਉਹਨਾਂ ਨੇ ਬਿਰਧ ਅਵਸਥਾ ਵਿੱਚ ਆ ਕੇ ਗੁਰਗੱਦੀ ਪ੍ਰਾਪਤ ਕੀਤੀ ਸੀ। ਤਾਂ ਅੱਜ ਗੁਰੂ ਅੰਗਦ ਦੇਵ ਜੀ ਨੇ ਜੋ ਉੱਤਰ ਦਿੱਤਾ, ਕਹਿੰਦਾ ਫਲ ਦਰਖਤ ਨਾਲੋਂ ਉਦੋਂ ਡਿੱਗਦਾ ਜਦੋਂ ਪੱਕ ਜਾਂਦਾ ਹੈ। ਹੁਣ ਤੁਸੀਂ ਨਿਪੁੰਨ ਹੋ ਗਏ ਹੋ, ਤੁਸੀਂ ਸਾਡਾ ਹਰ ਇੱਕ ਹੁਕਮ ਜਿਹੜਾ ਹੈ ਉਸ ਨੂੰ ਅਮਲੀ ਤੌਰ ਤੇ ਪਹਿਨ ਲਿਆ, ਜੀ ਲਿਆ, ਸਾਡੇ ਹੁਕਮ ਨੂੰ ਮੰਨਿਆ ਹੈ, ਉਸ ਅਨੁਸਾਰ ਜੀਵਨ ਨੂੰ ਢਾਲ ਲਿਆ ਤੁਸੀਂ। ਮੈਂ ਚਾਹੁੰਦਾ ਸਾਂ ਤੁਸੀਂ ਡਿੱਗੋ ਤੇ ਮੈਂ ਤੁਹਾਨੂੰ ਉਠਾਵਾਂ। ਅੱਜ ਤੋਂ ਬਾਅਦ ਤੁਹਾਨੂੰ ਗਾਗਰ ਢਾਉਣ ਦੀ ਲੋੜ ਨਹੀਂ। ਕਿਉਂ ਕਿ ਉਹਨਾਂ ਨੇ ਗੁਰੂ ਸਾਹਿਬ ਦਾ ਹਰ ਹੁਕਮ ਅਮਲੀ ਤੌਰ ਤੇ ਮੰਨਿਆ, ਅਮਲੀ ਜੀਵਨ ਜੀਵਿਆ ਤੇ ਗੁਰੂ ਸਾਹਿਬ ਦੀ ਪ੍ਰਸੰਨਤਾ ਪ੍ਰਾਪਤ ਕਰ ਲਈ। ਇਸ ਲਈ ਆਓ ਇਹ ਸ਼ਬਦ ਜੋ ਹੈ ਸ਼ੀਸ਼ੇ ਨਿਆਈ ਸਾਡੇ ਸਾਹਮਣੇ ਖੜਾ ਹੈ। ਜਿਵੇਂ ਸ਼ੀਸ਼ੇ 'ਚ ਗੁਣ ਹੈ ਕਿ ਜੋ ਮਨੁੱਖ ਸ਼ੀਸ਼ੇ 'ਚ ਆਪਣਾ ਚਿਹਰਾ ਵੇਖਦਾ ਹੈ, ਉਸ ਨੂੰ ਆਪਣੀ ਸ਼ਕਲ ਭਾਵੇਂ ਖੂਬਸੂਰਤ ਹੈ ਜਾਂ ਕੁਰੂਪ ਹੈ ਉਹ ਦਿਸ ਜਾਂਦੀ ਹੈ। ਇਸੇ ਤਰ੍ਹਾਂ ਇਹ ਸ਼ਬਦ ਜੋ ਭਗਤ ਪਰਮਾਨੰਦ ਜੀ ਦਾ ਹੈ ਸਾਰੰਗ ਰਾਗ ਅੰਦਰ, ਇਹ ਵੀ ਸਾਡੇ ਸਾਹਮਣੇ ਸ਼ੀਸ਼ਾ ਬਣ ਕੇ ਖੜਾ ਹੈ। ਸਾਡੇ ਕੋਲੋਂ ਪੁੱਛ ਕਰ ਰਿਹਾ ਹੈ ਕਿ ਤੈਂ ਨਰ ਕਿਆ ਪੁਰਾਨ ਸੁਣ ਕੀਨਾ। ਐ ਭਾਈ ਤੂੰ ਧਾਰਮਿਕ ਪੁਸਤਕਾਂ ਪੁਰਾਣਾ ਆਦਿ ਦੇ ਪਾਠ ਕਰਕੇ ਖਟਿਆ ਕੀ? ਕਿਉਂਕਿ ਜੀਵਨ ਉਹਨਾਂ ਅਨੁਸਾਰ ਸਿਰਫ ਦਿਖਾਵੇ ਵਜੋਂ ਧਾਰਮਿਕ ਪੁਸਤਕਾਂ ਦਾ ਪਾਠ ਕੀਤਾ। ਅਨਪਾਵਨੀ ਭਗਤ ਨਹੀਂ ਉਪਜੀ ਤੇਰੇ ਅੰਦਰ। ਸਦਾ ਥਿਰ ਰਹਿਣ ਵਾਲੀ, ਟਿਕਣ ਵਾਲੀ, ਨਾਲ ਚੱਲਣ ਵਾਲੀ, ਨਾ ਨਾਸ਼ ਹੋਣ ਵਾਲੀ ਪ੍ਰਭੂ ਦੀ ਭਗਤੀ ਦੀ ਸਿੱਖ ਤੜਪ ਪੈਦਾ ਨਹੀਂ ਹੋਈ। ਭੁੱਖੇ ਦਾਨ ਨਾ ਦੇਣਾ, ਕਿਸੇ ਭੁੱਖੇ ਨੂੰ, ਲੋੜਵੰਦ ਨੂੰ ਤੂੰ ਦਾਨ ਵਜੋਂ ਕੁਝ ਦਿੱਤਾ ਨਹੀਂ। ਕਿਉਂਕਿ ਸਿੱਖ ਧਰਮ ਦੇ ਜੋ ਫਲਸਫਾ ਹੈ, ਇਸ ਅਨੁਸਾਰ ਸਿੱਖ ਨੇ ਆਪਣੀ ਕਮਾਈ ਦਾ 10ਵਾਂ ਹਿੱਸਾ ਲੋੜਵੰਦ ਤੇ ਗਰੀਬ ਨੂੰ ਦੇਣਾ ਹੈ। ਤੇ ਜਦੋਂ ਸਿੱਖ ਆਪਣੀ ਇਹ ਕਮਾਈ ਦਾ 10ਵਾਂ ਹਿੱਸਾ ਗਰੀਬ ਨੂੰ ਦੇਗਾ ਤਾਂ ਗੁਰੂ ਕਹਿੰਦਾ ਫਿਰ ਉਹ ਸਮਝੀ ਮੇਰੀ ਗੋਲਕ ਵਿੱਚ ਤੇਰਾ ਪੈਸਾ ਆਇਆ। ਗਰੀਬ ਕਾ ਮੂੰਹ ਗੁਰੂ ਕੀ ਗੋਲਕ, ਇਹ ਸਿੱਖ ਧਰਮ ਦਾ ਸਿਧਾਂਤ ਹੈ। ਤਾਂ ਇੱਥੇ ਪੁੱਛ ਕਰਦੇ ਨੇ ਭਗਤ ਜੀ, ਭੁੱਖੇ ਦਾਨ ਨਾ ਦੇਣਾ। ਫਿਰ ਕੁਝ 5 ਵਿਸ਼ੇ ਵਿਕਾਰ ਹਨ ਜਿਨ੍ਹਾਂ ਕੋਲੋਂ ਮਨੁੱਖ ਨੇ ਆਪਣਾ ਆਪ ਛੁਡਾਉਣਾ ਹੈ। ਤਾਂ 5 ਗੁਣ ਹਨ, ਸਤ, ਸੰਤੋਖ, ਦਇਆ, ਧਰਮ ਤੇ ਧੀਰਜ ਅਪਣਾਉਣੇ ਹਨ। ਪਰ ਧਾਰਮਾ ਪੁਸਤਕਾਂ ਪੜ੍ਹਨ ਵਾਲਾ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁਟਿਓ ਦੇਵਾ। ਭਗਤ ਜੀ ਸੰਸਾਰ ਦੇ ਮਨੁੱਖ ਨੂੰ ਦੇਖ ਰਹੇ ਸਨ। ਮਨੁੱਖ ਕਾਮੀ ਵੀ ਹੈ, ਕ੍ਰੋਧੀ ਵੀ ਹੈ, ਲੋਭੀ ਵੀ ਹੈ, ਸਾਰੇ ਅਵਗੁਣ ਇਸ ਵਿੱਚ ਹਨ। ਇਸ ਲਈ ਭਗਤ ਜੀ ਨੇ ਪੁੱਛਿਆ ਕਿ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁਟਿਓ ਦੇਵਾ। ਪਰ ਨਿੰਦਾ ਮੁਕਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਹੁਣ ਪ੍ਰਾਈ ਨਿੰਦਾ ਵੀ ਇੱਕ ਬਹੁਤ ਬੜਾ ਅਵਗੁਣ ਹੈ।
जो धर्म की दुनिया च कतई भी प्रवान नहीं। निंदा भले किसै की ना ही मनमुख मुग्ध करन, गुरबाणी आखदी है निंदा किसी की करनी चंगी नहीं। तो जिहड़े करदे ना मनमुख हन, मूर्ख हन, वो सियाने नहीं। वो समझो किसी की निंदा कर करके अपने सिर ते पापां दी पोटली जिहड़ी है चुकी फिरदे हन। हाँ, कई बारी असीं आखदे हां सच के नूं निंदा नहीं आख्या जा सकदा। धर्म का असूल है कि फुल नूं कंडा नहीं आखना ते कंडे नूं फुल नहीं आखना। इसलिए गुरु नानक पातशाह ने भी संसार दे विच विचरदियां जदों बाबर ने हिंदुस्तान ते हमला किया 1526 तो बाबर नूं खरियां खरियां आखियां सन, राजे शीं मुकदम कुत्ते जाए जगाइन बैठे सुते, चाकर नेंदा पायन घाओ, रत पित कुत्त्यो चट जाओ। उन्होंने कुत्तियां वांग उन्होंने क्या सी एहलकारां नूं ते क्या सी भी राजे जिहड़े हन वो जालम बगियाड़ वांग शेर वांग शिकार कर रहे हैं मनुखता का। ये निंदा नहीं, पर निंदा यह है कि जिहड़ा तुहाडा विरोधी है, जिस नाल तुहाडे तलुकात चंगे नहीं, तुसीं उसनूं माड़ा आखी जाओ खाम खा विच, ये निंदा। तो इसलिए पातशाह कहंदे ने काम न बिसरियो, क्रोध न बिसरियो, मनुख क्रोधी है। क्रोध एक ऐसा अवगुण है जिस विच मनुख पै के क्रोध विच मनुख एक सकिंट विच किसी का कतल कर सकता है। क्रोध विच आके मनुख ऐसा काम कर सकता है कि जीवन भर इसनूं पछताना पैंदा है। पर क्रोध दूर होने लई इसनूं गुरु के उपदेशों अनुसार जीवन नूं ढालना पेगा। ढालिया नहीं, गुरु के उपदेश कमाए नहीं, बाणी जरूर पढ़ी। इसलिए पातशाह कहते हैं काम न बिसरियो, क्रोध न बिसरियो, लोभ न छुटियो। लोभ के अर्थ लालच, संसारक पदार्थों का लालच, ये भी तेरे को दूर नहीं होया। तो फिर दस तू धार्मिक पुस्तकों पढ़ के खटिया की, पर निंदा मुक्ते नहीं छूटी, निफल पई सब सेवा। तो दिखावे वजों मनुख सेवा जरूर करता है, दिखावे वजों वो गुरुद्वारे पखे दान करता है, पर लिखांदा उपर है डोनेटेड बाई फलाना अपना नाम। वो इसलिए सेवा मन करके नहीं करता, सेवा इसलिए करता है लोग देखन तो वाह वाह करन, भाई वाह फलाने ने बड़ी सेवा की है। इसलिए पातशाह कहते हैं भाई लोभ न छुटियो देवा, पर निंदा मुक्ते नहीं छूटी, निफल पई सब सेवा। अगे फिर कहते तेरी कमाई किस तरह की है, बाट पार घर मूस बिरानो, पेट पर अपराधी। बाट पार का मतलब है राह मार, राह ते जानते लोगों ते हमला करके उन्हों का माल असबाब खो लेना। बाट पर घर मूस बिरानो, बिरानो के अर्थन पराया, पराए घर नूं सन ला के फिर चोरी भी करता है मनुख तो। गल चल रही है धार्मिक पुस्तकों की, धार्मिक पुस्तक तेनों अपनी दसन आउंदे किरत कमाई करने लई आखदियां, पर तू दिखावे वजों धार्मिक पुस्तक भी पढ़ी जा रहे हैं, पर कर की रहा है। बाट पार घर मूस बिरानो, पेट पर अपराधी। रोजी रोटी लई योग अयोग ढंग सारे वरदा है तू, दूजियां दे घर सन लाउंदा है, दूजियां ते डाका मार के लुट लेंदा है माल असबाब। ते फिर पढ़दे हैं धार्मिक पुस्तकां, जे परलोक जाए अपकीरत सोई अविद्या साधी। जिहड़ी बदनामी तेरे नाल परलोक तक जाण वाली है, वो बदनामी वाले कर्म तू संसार दे विच विचरदियां कमाउंदा है। तो फिर धार्मिक पुस्तकां पढ़न दा तैनूं लाभ की, क्योंकि शब्द शुरू ही होया सी सवाल तू, तैनर क्या पुराण सुन की ना। धार्मिक पुस्तकां दे पाठ सुन सुन के मनुख तू खटिया की। तो इसलिए अगे कहंदे ने भाई बाट पार कर मूस बिरानो, पेट पर अपराधी, जे पर लोग जाए अपकीरत सोई अविद्या साधी। वही अनपढ़ियां गल्लां कीतियां, मूर्खता वालियां गल्लां कीतियां, अज्ञानता वालियां गल्लां कीतियां। फिर बाट पार कर मूस बिरानो, पेट पर अपराधी, जे पर लोग जाए अपकीरत सोई अविद्या साधी। अगे कहते हिंसा तो मन ते नहीं छूटी, जी दया नहीं पाली। हिंसा हिंसक वृत्ति तू नहीं त्यागी। कोई जरा गल हो जाए तू किसी चीज़ से तरस नहीं किया, चाहे जानवर हो चाहे मनुख हो, क्योंकि हंस हेत लोभ कोप चारे नदियां अग। मनुख के अंदर चार अग दी नदियां जल रही हैं, वग रही हैं, जिन्हां विच सड़के मनुख के चंगे गुण भी सुहा हो रहे हैं, ते बदनामी भी खड़ता है। हिंसा तो मन ते नहीं छूटी, जी दया नहीं पाली। किसी जी ते तू दया नहीं की,
ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਹੀਂ ਚਾਲੀ। ਪਰਮਾਨੰਦ ਜੀ ਅੰਤ ਵਿੱਚ ਮੋਹਰ ਲਾਉਂਦੇ ਨੇ, ਆਖਦੇ ਨੇ ਕਿ ਫਿਰ ਤੂੰ ਭਾਈ ਸਤਸੰਗਤ ਵਿੱਚ ਆ ਕੇ, ਸਤਸੰਗਤ ਵਿੱਚ ਬੈਠ ਕੇ ਉਸ ਮਾਲਕ ਦੇ ਦਰ ਦੀਆਂ ਬਾਤਾਂ ਸੁਣ ਕੇ ਆਪਣੇ ਅੰਦਰਲੇ ਨੂੰ ਸਾਫ਼ ਨਹੀਂ ਕੀਤਾ, ਨਿਰਮਲ ਨਹੀਂ ਕੀਤਾ, ਤੇ ਫਿਰ ਸਮਝ ਲੈ ਕਿ ਸਭ ਕੁਝ ਤੇਰਾ ਦਿਖਾਵਾ ਸੀ। ਧਾਰਮਿਕ ਪੁਸਤਕਾਂ ਦਾ ਪਾਠ ਕਰਨਾ ਤੇਰੇ ਕੋਈ ਲਾਹੇ ਵਾਲੀ ਗੱਲ ਨਹੀਂ ਸੀ। ਧਾਰਮਿਕ ਪੁਸਤਕਾਂ ਦਾ ਪਾਠ ਕਰਕੇ ਉਹਨਾਂ ਅਨੁਸਾਰ ਜੀਵਨ ਨੂੰ ਢਾਲਣਾ, ਅਮਲੀ ਜੀਵਨ ਬਣਾਉਣਾ ਹੀ ਮਨੁੱਖਤਾ ਸਹੀ ਕਰਤੱਵ ਸੀ, ਜੋ ਮਨੁੱਖ ਨੇ ਨਹੀਂ ਕੀਤਾ। ਆਓ ਇਸ ਸ਼ਬਦ ਕੋਲੋਂ ਅਸੀਂ ਵੀ ਸ਼ਬਦ ਲੈ ਕੇ ਭਗਤ ਜੀ ਦੇ ਦਸੇ ਮਾਰਗ ਤੇ ਤੁਰਦੇ ਹੋਇਆਂ ਜਿਹੜਾ ਧਾਰਮਿਕ ਪੁਸਤਕਾਂ ਦਾ ਅਸੀਂ ਪਾਠ ਕਰੀਏ, ਉਸ ਅਨੁਸਾਰ ਜੀਵਨ ਨੂੰ ਵੀ ਢਾਲੀਏ, ਤਾਂ ਹੀ ਅਸੀਂ ਮਾਲਕ ਦੀਆਂ ਖੁਸ਼ੀਆਂ ਪ੍ਰਵਾਨ ਕਰ ਸਕਦੇ ਹਾਂ, ਤਾਂ ਹੀ ਸਾਨੂੰ ਮਾਲਕ ਦਾ ਦਰ ਪ੍ਰਵਾਨ ਹੋ ਸਕਦਾ ਹੈ। ਆਓ ਅੰਤ ਦੀ ਫਤਿਹ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।